तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम धन वाहिगुरु जी। कृपा करहो दीन के दाते। मेरा गुण अवगुण ना विचारो कोई। माटी का क्या तोपै स्वामी, मानस की गत एही। तुमरे गुण क्या कहाँ मेरे सतगुरा। जब गुर बोलहै तब बिस्म होए जाए। हम जैसे अपराधी अवर कोई राखे। जैसे हम सतगुर राख लिए छड़ाए। तू गुर पिता तू है गुर माता। तू गुर बंदप सखा सखाए। तेग बहादुर सिमरिए कर नाम नित आवे ताए। सब थाई होए सहाय। परम सन्मानयोग जुगो जुग अटल तख्त चौर छत्र ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠ ਕੇ ਦੇਸ਼ ਅਤੇ ਵਿਦੇਸ਼ ਦੇ ਅੰਦਰ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਆਪ ਸੰਗਤ ਰੋਜ਼ਾਨਾ ਗੁਰੂ ਕੀ ਜੀਵਨ ਲੀਲਾ ਨੂੰ ਸਰਵਨ ਕਰਦੇ ਹੋ। ਸਤਿਗੁਰ ਮਹਾਰਾਜ ਬਖਸ਼ਿਸ਼ ਕਰਨ ਵਿੱਚ ਵਰਤਨ ਆਪ ਸੰਗਤ ਅਸੀਸ ਬਖਸ਼ੋ। ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ। ਪਿਆਰ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੀ ਪੂਰਬ ਦੀ ਯਾਤਰਾ ਦੇ ਦੌਰਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਥਾਨੇਸਰ ਦੇ ਅਸਥਾਨ 'ਤੇ ਪਹੁੰਚੇ। ਇਸ ਅਸਥਾਨ 'ਤੇ ਜਿਸ ਵੇਲੇ ਸਤਿਗੁਰ ਮਹਾਰਾਜ ਪਹੁੰਚਦੇ ਨੇ ਤੇ ਇੱਥੇ ਸੂਰਜ ਗ੍ਰਹਿਣ ਉਸ ਵੇਲੇ ਲੱਗਿਆ ਹੈ। ਹਿੰਦੂ ਧਰਮ ਦੇ ਅਨੁਸਾਰ ਸੂਰਜ ਗ੍ਰਹਿਣ ਦੇ ਸਮੇਂ ਗ੍ਰਹਿਣ ਕੋਈ ਵੀ ਲੱਗਦਾ ਹੈ ਤੇ ਉਸ ਸਮੇਂ ਇੱਕ ਮਨੌਤ ਬਣੀ ਹੈ ਕਿ ਕੋਈ ਵੀ ਚੁੱਲ੍ਹਾ ਨਹੀਂ ਤਪਾਉਂਦਾ, ਕੋਈ ਰੋਟੀ ਪਾਣੀ ਨਹੀਂ ਬਣਾਉਂਦਾ। ਪਰ ਸਤਿਗੁਰ ਮਹਾਰਾਜ ਜੀ ਨੇ ਸਾਨੂੰ ਕਿਸੇ ਵੀ ਕਰਮ ਕਾਂਡ ਵਿੱਚ ਪੈਣ ਨਹੀਂ ਦਿੱਤਾ ਅਤੇ ਮਹਾਰਾਜ ਜੀ ਨੇ ਆਪਣੇ ਸਮੇਂ ਆਪਣੀ ਹਯਾਤੀ ਦੇ ਅੰਦਰ ਆਪਣੇ ਜੀਵਨ ਕਾਲ ਦੇ ਦੌਰਾਨ ਜਦੋਂ ਕੋਈ ਇਵੇਂ ਦੇ ਸਮੇਂ ਬਣੇ ਤੇ ਸਤਿਗੁਰ ਮਹਾਰਾਜ ਨੇ ਇਤਿਹਾਸ ਦੇ ਵਿੱਚ ਸਾਨੂੰ ਉਹ ਮਾਰਗ ਦਰਸ਼ਨ ਕੀਤਾ, ਸਾਨੂੰ ਉਹ ਰਸਤਾ ਦਿਖਾਇਆ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਥਾਨੇਸਰ ਦੇ ਅਸਥਾਨ ਦੇ ਉੱਤੇ ਕੀਰਤਨ ਸੰਗਤ ਜਿਹੜੀ ਹੈ ਉਸ ਵੇਲੇ ਕਰਦੀ ਹੈ। ਸਤਿਗੁਰ ਮਹਾਰਾਜ ਨਾਲ ਕੀਰਤਨੀਏ ਨੇ ਉਹਨਾਂ ਨੇ ਕੀਰਤਨ ਨੂੰ ਪ੍ਰਾਰੰਭ ਕਰਨਾ ਕੀਤਾ। ਜਿਹੜੀ ਨਾਲ ਸੰਗਤ ਸੀ ਸਤਿਗੁਰ ਮਹਾਰਾਜ ਜੀ ਦੇ ਜਾਂ ਉਸ ਇਲਾਕੇ ਦੀ ਜਿਹੜੀ ਸੰਗਤ ਸਤਿਗੁਰ ਦੇ ਦਰਸ਼ਨਾਂ ਨੂੰ ਪੁੱਜੀ
ਸਤਿਗੁਰ ਮਹਾਰਾਜ ਜੀ ਨੇ ਹੁਕਮ ਕੀਤਾ ਤੇ ਉਹਨਾਂ ਵਾਸਤੇ ਵੀ ਲੰਗਰ ਤਿਆਰ ਹੋਇਆ। ਜਿਹੜੇ ਬ੍ਰਾਹਮਣ ਸਨ ਉਹਨਾਂ ਨੇ ਇਤਰਾਜ਼ ਕੀਤਾ, ਕਹਿਣ ਲੱਗੇ ਕਿ ਇਸ ਤਰ੍ਹਾਂ ਜਿਹੜਾ ਹੈ ਇਹ ਸੁਚਤਾ ਨਹੀਂ ਰਹਿੰਦੀ। ਗ੍ਰਹਿਣ ਦੇ ਸਮੇਂ ਦੇ ਵਿੱਚ ਵੀ ਆਪ ਜੀ ਚੁੱਲ੍ਹਾ ਤਪਾ ਕੇ ਬੈਠੇ ਹੋ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੁਣਾਉਂਦੇ ਆਖਿਆ ਸੀ, ਕਹਿਣ ਲੱਗੀ ਕਿ ਸੂਚੇ ਇਹ ਨਾ ਆਖੀਅਨ ਬਹਿਨ ਜੇ ਪਿੰਡਾ ਧੋਏ। ਮਹਾਰਾਜ ਕਹਿੰਦੇ ਨੇ ਇਹ ਕਾਹਦਾ ਕਿ ਇਕੱਲਾ ਸਰੀਰ ਨੂੰ ਤੁਸੀਂ ਧੋਂਦੇ ਪਏ ਹੋ ਤੇ ਸਰੀਰ ਧੋਣ ਦੇ ਨਾਲ ਤੁਸੀਂ ਸੁੱਚਤਾ ਸਮਝ ਕੇ ਬੈਠ ਕੇ ਕਿ ਸ਼ਾਇਦ ਇਹੀ ਸੁੱਚਤਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਅਸੀਂ ਜਪਜੀ ਸਾਹਿਬ ਦੇ ਅੰਦਰ ਵੀ ਸਰਵਣ ਕਰਦੇ ਹਾਂ ਕਿ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਕਈ ਵਾਰੀ ਕੀ ਅਰਥ ਹੁੰਦਾ ਹੈ ਕਿ ਜਦੋਂ ਅਸੀਂ ਬਾਣੀ ਦੇ ਅਰਥ ਨਹੀਂ ਪੜ੍ਹਦੇ, ਬਾਣੀ ਨੂੰ ਧਿਆਨ ਦੇ ਨਾਲ ਨਹੀਂ ਪੜ੍ਹਦੇ ਤੇ ਅਸੀਂ ਸੋਚੈ ਸੋਚ ਨਾ ਹੋਵੇ ਦੇ ਅਰਥ ਕਰਦੇ ਨੇ ਕਿ ਜੀ ਸੋਚਣ ਦੇ ਨਾਲ ਕੀ ਹੋਵੇਗਾ, ਸੋਚਣ ਦੇ ਨਾਲ ਕੁਝ ਨਹੀਂ ਹੋਵੇਗਾ। ਪਰ ਇੱਥੇ ਸੋਚੇ ਜਿਹੜਾ ਸ਼ਬਦ ਹੈ ਇਹਦੇ ਅਰਥ ਨੇ ਸੋਚ ਤੋਂ ਜਿਹੜਾ ਹੈ ਉਹ ਸ਼ਬਦ ਜਿਹੜਾ ਲਿਆ ਗਿਆ ਤੇ ਸੋਚ ਦੇ ਅਰਥ ਹੁੰਦੇ ਨੇ ਸੁੱਚਤਾ ਕਰਨੀ, ਸਰੀਰ ਨੂੰ ਧੋਣਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਸੋਚੈ ਸੋਚ ਕੀਤਿਆਂ ਸੁੱਚਤਾ ਕੀਤਿਆਂ ਇਕੱਲਾ ਸਰੀਰ ਨੂੰ ਧੋਇਆ। ਸਤਿਗੁਰੂ ਮਹਾਰਾਜ ਕੀ ਕਹਿੰਦੇ ਨੇ ਕਿ ਕੀ ਹੋਵੇਗਾ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ। ਲੱਖਾਂ ਵਾਰੀ ਵੀ ਤਨ ਨੂੰ ਧੋਣ ਦੇ ਨਾਲ ਮਨ ਜਿਹੜਾ ਹੈ ਉਹ ਸਾਫ਼ ਨਹੀਂ ਹੋ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਵੀ ਬਚਨ ਵਰਤੇ। ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਅਸੀਂ ਬਚਨ ਪੜ੍ਹਦੇ ਹਾਂ, ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ। ਮਹਾਰਾਜ ਕਹਿੰਦੇ ਨੇ ਸੋਚ ਕੀਤਿਆਂ ਸੁੱਚਤਾ ਕੀਤਿਆਂ ਸਰੀਰ ਨੂੰ ਧੋਇਆ ਮਨ ਦੀ ਮੈਲ ਜਿਹੜੀ ਹੈ ਉਹ ਭਲਿਆ ਨਹੀਂ ਜਾਵੇਗੀ। ਸਤਿਗੁਰ ਮਹਾਰਾਜ ਕਹਿੰਦੇ ਨੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਮਤ ਪਾਣੀ ਦੇ ਨਾਲ ਨਹੀਂ ਧੁੱਪ ਸਕਦੀ, ਤੂੰ ਪਾਣੀ ਦੇ ਨਾਲ ਧੋਣ ਦਾ ਯਤਨ ਕਰਦਾ ਪਿਆ ਹੈ। ਤੂੰ ਇੱਕ ਵਾਰੀ ਕੀ ਸਾਰਾ ਦਿਨ ਤੂੰ ਪਾਣੀ ਦੇ ਵਿੱਚ ਵੀ ਬੈਠਾ ਰਵੇਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਲ ਕੇ ਮੱਜਨ ਜੇ ਗਤ ਹੋਵੈ। ਭਗਤ ਜੀ ਦੇ ਬਚਨ ਪੜ੍ਹਦੇ ਹਾਂ ਕਿ ਨਿਤ ਨਿਤ ਮੈਂ ਡੁੱਕ ਨਾਵੇ। ਜੇ ਪਾਣੀ ਦੇ ਵਿੱਚ ਨਾਤਿਆਂ ਜਾਂ ਪਾਣੀ ਦੇ ਵਿੱਚ ਰਿਆਂ ਮਨ ਦੀ ਮੈਲ ਉਤਰਦੀ ਹੁੰਦੀ, ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਮੇਂਢਕ ਡੱਡੂ ਨੂੰ ਕਿਉਂ ਨਾ ਪਰਮ ਗਤੀ ਪ੍ਰਾਪਤ ਹੋ ਜਾਂਦੀ। ਨਿਤ ਨਿਤ ਮੈਂਡੁਕ ਨਾਵੇ ਜੈਸੇ ਮੇਂਢਕ ਤੈਸੇ ਹੋਏ ਨਰ। ਮਹਾਰਾਜ ਕਹਿੰਦੇ ਫਿਰ ਤਾਂ ਫਰਕ ਕੀ ਹੋਇਆ ਡੱਡੂ ਦਾ ਇਸ਼ਨਾਨ। ਹੁਣ ਦੇਖੋ ਤੀਰਥ ਅਸਥਾਨਾਂ ਦੇ ਉੱਤੇ ਜਾ ਕੇ ਦੇਖੋ, ਤੀਰਥ ਅਸਥਾਨਾਂ 'ਤੇ ਜਾਂ ਸਰੋਵਰ ਦੇ ਵਿੱਚ ਕਿਸੇ 'ਤੇ ਜਾਓ, ਦਰਸ਼ਨ ਕਰਨ ਵਾਸਤੇ ਜਾਓ, ਹਰਿਮੰਦਰ ਸਾਹਿਬ ਜਾਂਦੇ ਹੋ ਅਤੇ ਉੱਥੇ ਡੱਡੂ ਨੂੰ ਥਾਂ ਨਹੀਂ ਮਿਲੀ, ਮੱਛੀ ਨੂੰ ਥਾਂ ਜ਼ਰੂਰ ਉਸ ਘਰ ਦੇ ਵਿੱਚ ਮਿਲ ਗਈ, ਉਸ ਸਰੋਵਰ ਦੇ ਵਿੱਚ ਮਿਲੀ। ਅਤੇ ਸਤਿਗੁਰੂ ਮਹਾਰਾਜ ਉਦਾਹਰਨ ਵੀ ਵਰਤਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਲੋਕ ਪੜ੍ਹੋ। ਪਹਿਲਾ ਹੀ ਸਲੋਕ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਜਨਮ ਤੇਰਾ ਹੈ ਉਹ ਵਿਅਰਥ ਤੁਰਿਆ ਜਾ ਰਿਹਾ, ਵਿਅਰਥ ਬਤੀਤ ਹੁੰਦਾ ਜਾ। ਅਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਜੇ ਜੀਵਨ ਬਚਾਉਣਾ ਹੈ ਤਾਂ ਕਿਵੇਂ ਬਚੇਗਾ। ਮਹਾਰਾਜ ਕਹਿੰਦੇ ਨੇ ਕਹੋ ਨਾਨਕ ਹਰਿ ਭਜ ਮਨਾ ਜਿਹ ਬਿਦ ਜਲ ਕੋ ਮੀਨ। ਜਿਵੇਂ ਮੱਛੀ ਦਾ ਪ੍ਰੇਮ ਹੈ ਪਾਣੀ ਦੇ ਨਾਲ, ਉਹਦਾ ਜੀਵਨ ਹੈ ਪਾਣੀ, ਉਹ ਪਾਣੀ ਤੋਂ ਬਗੈਰ ਜਿਉ ਨਹੀਂ ਸਕਦੀ। ਮਹਾਰਾਜ ਕਹਿੰਦੇ ਨੇ ਤੇਰਾ ਜੀਵਨ ਵੀ ਇਵੇਂ ਦਾ ਹੋਵੇ ਤੂੰ ਬਾਣੀ ਤੋਂ ਬਗੈਰ, ਨਾਮ ਤੋਂ ਬਗੈਰ ਨਾ ਜਿਉ ਸਕਦਾ ਹੋਵੇ। ਅਤੇ ਡੱਡੂ ਦੀ ਬਿਰਤੀ ਕੀ ਹੈ, ਡੱਡੂ ਕਦੀ ਛਾਲ ਮਾਰਦਾ ਹੈ ਅਤੇ ਉਹ ਪਾਣੀ 'ਚ ਵੜੇਗਾ ਅਤੇ ਕਦੀ ਛਾਲ ਮਾਰੇਗਾ ਅਤੇ ਉਹ ਬਾਹਰ ਨਿਕਲ ਆਵੇਗਾ। ਡੱਡੂ ਬਿਰਤੀ ਵਾਲੇ ਨੂੰ ਸੰਗਤ ਦੇ ਵਿੱਚ ਥਾਂ ਕੋਈ ਨਹੀਂ। ਜੇ ਡੱਡੂ ਬਿਰਤੀ ਵਾਲਾ ਇਨਸਾਨ ਸੰਗਤ ਵਿੱਚ ਆ ਕੇ ਬੈਠੇ, ਉਹਦਾ ਹਰ ਵੇਲੇ ਮਨ ਹੁੰਦਾ ਹੈ ਕਿ ਕਦੋਂ ਸਮਾਪਤੀ ਹੋਵੇ, ਕਦੋਂ ਪ੍ਰਸ਼ਾਦ ਵਰਤੇ ਅਤੇ ਕਦੋਂ ਮੈਂ ਜਾ ਸਕਾਂ। ਪਰ ਇੱਥੇ ਮਹਾਰਾਜ ਜੀ ਨੇ ਇਹ ਕਿਹਾ ਕਿ ਕਹਿਣ ਲੱਗੇ ਕਿ ਦੇਖੋ ਇਕੱਲਾ ਤਨ ਨੂੰ ਧੋਣ ਦੇ ਨਾਲ ਤੁਸੀਂ ਸੁੱਚਤਾ ਸਮਝਦੇ ਪਏ ਹੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਵਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਭਉ ਲੱਥੀ ਨਾਤਿਆਂ ਸੋ ਦੋਏ ਪਾ ਚੜੀਏ ਸਹੋਰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪਹਿਲਾਂ ਗੁਨਾਹ ਕੀਤੇ ਅਤੇ ਗੁਨਾਹ ਕਰਕੇ ਸੋਚਿਆ ਕਿ ਮੈਂ ਤੀਰਥ 'ਤੇ ਜਾਵਾਂਗਾ, ਕਿਸੇ ਰੱਬ ਦੇ ਬਣਾਏ ਹੋਏ ਘਰ ਦੇ ਵਿੱਚ ਜਾਵਾਂਗਾ ਅਤੇ ਉੱਥੇ ਇਸ਼ਨਾਨ ਕਰਾਂਗਾ। ਅਤੇ ਪੁਰਾਣੀ ਇਹ ਮਨੌਤ ਵੀ ਤਾਂ ਬਣ ਚੁੱਕੀ ਸੀ ਨਾ ਕਿ ਜਿਹੜਾ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ ਉਹਦੇ ਪਾਪ ਸਾਰੇ ਹੀ ਉਤਰ ਜਾਂਦੇ ਨੇ। ਅਤੇ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਕੇ ਤੌਬਾ ਨਹੀਂ ਕੀਤੀ ਕਿ ਨਹੀਂ ਮੈਂ ਅੱਗੇ ਤੋਂ ਨਹੀਂ ਕਰਾਂਗਾ।
ਮਹਾਰਾਜ ਕਹਿੰਦੇ ਪਏ ਨੇ ਕਿ ਦੁਬਾਰਾ ਫਿਰ ਜਦੋਂ ਨਹਾ ਕੇ ਆਇਆ, ਕਹਿੰਦਾ ਨਹੀਂ ਪਿਛਲੇ ਤੇ ਮੈਂ ਲਾਹ ਆਇਆ, ਮੈਂ ਬਿਲਕੁਲ ਵਰਕਾ ਪਾੜ ਆਇਆ ਗੁਨਾਹਾਂ ਦਾ। ਹੁਣ ਮੈਂ ਅੱਗੇ ਆ ਕੇ ਘਰ ਆ ਕੇ ਫਿਰ ਜੋ ਮਰਜ਼ੀ ਕਰ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇੱਕ ਪਾਉ ਲੱਥੀ ਨਾਤਿਆਂ ਦੋਏ ਪਾ ਚੜੀਐਸ। ਹੋਰ ਪਹਿਲੇ ਵੀ ਕਰਮ ਜਿਹੜੇ ਸੀ ਉਹ ਸਿਰ ਤੇ ਖਲੋਤੇ ਰਹੇ ਤੇ ਆ ਕੇ ਹੋਰ ਗੁਨਾਹ ਇਕੱਠੇ ਕਰ ਲਏ। ਮਹਾਰਾਜ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਜੇ ਸੱਚੀ ਮੁੱਚੀ ਅੰਦਰਲਾ ਜਿਹੜਾ ਜੀਵਨ ਹੈ, ਅੰਦਰ ਦੀ ਮੈਲ ਸਰੀਰ ਧੋਤਿਆਂ ਇਕੱਲਾ ਮਿਲ ਸਕਦੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰਬੜੀ ਜਿਹੜੀ ਸੀ ਉਹਨੂੰ ਜਲ ਦੇ ਵਿੱਚ ਜਿੰਨੀ ਵਾਰੀ ਮਰਜ਼ੀ ਇਸ਼ਨਾਨ ਕਰਾਇਆ, ਤੇ ਮਹਾਰਾਜ ਕਹਿੰਦੇ ਨੇ ਬਾਹਰ ਧੋਤੀ ਤੂੰਬੜੀ ਅੰਦਰ ਵੇਸਣ ਨਿਕੋਰ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਧ ਭਲੇ ਅਨਾਤਿਆਂ ਚੋਰ ਸੇ ਚੋਰਾਂ ਚੋਰ। ਚੋਰ ਸੈਂਕੜੇ ਵਾਰੀ ਵੀ ਤੀਰਥ ਤੇ ਇਸ਼ਨਾਨ ਕਰੇ, ਉਹਦਾ ਮਨ ਦੇ ਵਿੱਚੋਂ ਚੋਰੀ ਦਾ ਖਿਆਲ ਨਹੀਂ ਜਾਣਾ, ਕੇਵਲ ਤਨ ਨੂੰ ਧੋਂਦਾ ਪਿਆ ਹੈ। ਤੇ ਜੇ ਸਾਧ ਨੇ ਇੱਕ ਵਾਰੀ ਵੀ ਇਸ਼ਨਾਨ ਨਾ ਕੀਤਾ ਹੋਵੇ, ਪਰ ਉਹਦਾ ਮਨ ਜਿਹੜਾ ਹੈ ਬਾਣੀ ਦੇ ਨਾਲ, ਨਾਮ ਦੇ ਨਾਲ ਪਵਿੱਤਰ ਹੋ ਗਿਆ। ਸਾਧ ਸੰਗਤ, ਬਾਣੀ ਦਾ ਇਸ਼ਨਾਨ ਜਿੰਨੇ ਕਰ ਲਿਆ, ਫਿਰ ਉਹਨੂੰ ਪਾਣੀ ਦੇ ਵੱਖਰੇ ਇਸ਼ਨਾਨ ਦੀ ਕਿਹੜੀ ਲੋੜ ਰਹਿ ਗਈ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਿਰਪਾ ਕੀਤੀ, ਉੱਥੇ ਉਹਨਾਂ ਨੂੰ ਦੱਸਿਆ ਕਿ ਤੀਰਥ ਮੱਜਨ ਕੀਨ ਬਹਾਨਾ। ਇਤਿਹਾਸ ਦੇ ਬਚਨ ਨੇ ਕਿ ਇਹ ਗੁਰੂ ਸਾਹਿਬ ਤੀਰਥਾਂ ਤੇ ਆਪ ਇਸ਼ਨਾਨ ਕਰਨ ਵਾਸਤੇ ਨਹੀਂ ਗਏ। ਸਤਿਗੁਰੂ ਮਹਾਰਾਜ ਦਾ ਤੇ ਤੀਰਥ ਮੱਜਨ ਕੀਨ ਬਹਾਨਾ। ਮਹਾਰਾਜ ਜੀ ਦਾ ਤੇ ਇੱਕ ਬਸ ਇਹ ਸੀ ਕਿ ਤੀਰਥਾਂ ਤੇ ਬੈਠੇ ਹੋਏ ਕਿਤੇ ਇਹ ਨਾ ਜਗਿਆਸੂ ਕੋਈ ਆਪਣੇ ਜੀਵਨ ਦੇ ਕੀਮਤੀ ਸਵਾਸ ਨਾ ਗਵਾ ਬੈਠੇ। ਤੇ ਬਗਲੇ ਵਾਲੀ ਬਿਰਤੀ ਦੇ ਵਾਂਗੂ ਜਿਹੜਾ ਜੀਵਨ ਸੀ। ਹੁਣ ਦੇਖੋ, ਬਗਲਾ ਵੀ ਤਾਂ ਸਮਾਧੀ ਲਾ ਕੇ ਬੈਠਦਾ ਹੈ ਨਾ, ਉਹ ਤੇ ਇੱਕ ਪੈਰ ਤੇ ਖੜਾ ਹੋ ਜਾਂਦਾ ਹੈ, ਅੱਖਾਂ ਵੀ ਬੰਦ ਹੁੰਦੀਆਂ ਨੇ। ਤੇ ਮਹਾਰਾਜ ਕਹਿੰਦੇ ਨੇ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਨੇ ਬੱਗੇ ਨਾ ਕਹਿਆਨ। ਬੱਗੇ ਬਗਲਾ ਜਿਹੜਾ ਬਿਰਤੀ ਹੈ, ਸਤਿਗੁਰੂ ਮਹਾਰਾਜ ਕਹਿੰਦੇ ਸਭ ਤੋਂ ਜ਼ਿਆਦਾ ਖਤਰਨਾਕ। ਬਾਹਰ ਵੇਖਣ ਨੂੰ ਸੰਤ ਜਾਪੇ, ਅੰਦਰ ਬੈਠਾ ਹੋਵੇ ਕਾਤਲ ਡਾਕੂ ਚੋਰ ਬਣ ਕੇ ਅੰਦਰ ਬੈਠਾ ਹੋਇਆ ਮਾਨੇ, ਤੇ ਬਾਹਰੋਂ ਵਿਖਾਵਾ ਕਰਕੇ ਕੇਵਲ ਇਹ ਦੱਸਦਾ ਹੈ ਕਿ ਮੇਰੇ ਵਰਗਾ ਭਜਨੀਕ ਸਮਾਧੀ ਵਾਲਾ ਕੋਈ ਨਹੀਂ, ਮੈਂ ਅੱਖਾਂ ਬੰਦ ਕਰਕੇ ਟਿਕ ਕੇ ਬੈਠ ਗਿਆ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਤਾਂ ਬਗਲਾ ਬਿਰਤੀ ਹੈ। ਮਹਾਰਾਜ ਕਹਿੰਦੇ ਨੇ ਤੀਰਥ ਮੱਜਨ ਕੀਨ ਬਹਾਨਾ, ਚਾਹੇ ਕਰਨ ਸਿੱਖ ਕਲਿਆਣਾ। ਗੁਰੂ ਦਾ ਮਨ ਦੇ ਵਿੱਚ ਤਾਂ ਇੰਨੀ ਕੇਵਲ ਇੱਛਾ ਸੀ ਕਿ ਮੈਂ ਕੇਵਲ ਤੀਰਥਾਂ ਤੇ ਇਸ਼ਨਾਨ ਕਰਨ ਵਾਲਿਆਂ ਨੂੰ ਜੀਵਨ ਕਲਿਆਣ ਕਰ ਸਕਾਂ, ਉਹਨਾਂ ਦਾ ਉਹਨੂੰ ਦੱਸ ਸਕਾਂ ਕਿ ਅਸਲ ਇਸ਼ਨਾਨ ਕਿਹੜਾ ਹੈ। ਤੀਰਥ ਨਾਮਨ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਨੇ ਕਿ ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਨ ਪਾਣੇ ਕੇ ਨਹਾਏ ਕਰੀ। ਸਤਿਗੁਰੂ ਮਹਾਰਾਜ ਕਹਿੰਦੇ ਮੈਂ ਮਹਾਰਾਜ ਤੀਰਥਾਂ ਤੇ ਤਾਂ ਜਾਵਾਂ। ਗੁਰੂ ਨਾਨਕ ਦੇਵ ਕਹਿੰਦੇ ਨੇ ਕਿ ਜੇ ਤੈਨੂੰ ਚੰਗਾ ਲੱਗਦਾ ਹੋਵੇ, ਜੇ ਤੂੰ ਆਖੇ ਤਾਂ ਮੈਂ ਜ਼ਰੂਰ ਜਾਵਾਂ। ਪਰ ਮਹਾਰਾਜ ਜੇ ਤੈਨੂੰ ਭਾਉਂਦਾ ਨਹੀਂ, ਜੇ ਤੂੰ ਮੈਨੂੰ ਘਰੇ ਬੈਠਿਆਂ ਇੰਨੀ ਤਾਕਤ ਇੰਨੀ ਬਖਸ਼ਿਸ਼ ਕਰਦੇ, ਮੇਰੇ ਤੇ ਰਹਿਮਤ ਕਰਦਾ ਏ ਕਿ ਮੇਰਾ ਮਨ ਜਿਹੜਾ ਸੀ ਉਹ ਘਰੇ ਬੈਠਿਆਂ ਵੀ ਟਿਕ ਜਾਏ। ਸਤਿਗੁਰੂ ਮਹਾਰਾਜ ਪਾਤਸ਼ਾਹ ਮੈਨੂੰ ਹੋਰ ਇਸ ਤੋਂ ਵੱਡੇ ਤੀਰਥ ਦੀ ਕਿਹੜੀ ਲੋੜ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਫਿਰ ਥਾਨੇਸਰ ਦੇ ਸਥਾਨ ਤੇ ਆ ਕੇ ਮਹਾਰਾਜ ਨੇ ਦੱਸਿਆ ਕਿ ਇਹ ਇਕੱਲਾ ਤੀਰਥਾਂ ਤੇ ਇਸ਼ਨਾਨ ਕੀਤਿਆਂ ਜੀਵਨ ਸਫਲਾ ਨਹੀਂ ਹੋਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਉਦਾਸੀਆਂ ਦੇ ਸਮੇਂ ਸਤਿਗੁਰੂ ਮਹਾਰਾਜ ਜਦੋਂ ਹਰਿਦੁਆਰ ਦੇ ਅਸਥਾਨ ਤੇ ਜਾਂਦੇ ਨੇ, ਤੇ ਹਰਿਦੁਆਰ ਦੇ ਅਸਥਾਨ ਤੇ ਜਾ ਕੇ ਸਤਿਗੁਰੂ ਮਹਾਰਾਜ ਜੀ ਨੇ ਸਾਖੀ ਅਸੀਂ ਸਾਰੇ ਜਾਣਦੇ ਹਾਂ ਕਿ ਮਹਾਰਾਜ ਜਦੋਂ ਗਏ ਤੇ ਸਤਿਗੁਰੂ ਮਹਾਰਾਜ ਨੇ ਪਾਣੀ ਜਿਹੜਾ ਸੀ ਉਹਦਾ ਨਦੀ ਦਾ ਉਹ ਪੁੱਠੇ ਪਾਸੇ ਨੂੰ ਦੇਣਾ ਸ਼ੁਰੂ ਕੀਤਾ। ਹਾਲਾਂਕਿ ਕਈ ਵਾਰੀ ਅਸੀਂ ਇਹ ਵੀ ਬਚਨ ਸੁਣ ਲੈਂਦੇ ਕਿ ਜੀ ਕਰਤਾਰਪੁਰ ਨੂੰ ਮਹਾਰਾਜ ਨੇ ਕਿਹਾ ਪਾਣੀ ਦਿੱਤਾ, ਨਹੀਂ। ਕਰਤਾਰਪੁਰ ਸਾਧ ਸੰਗਤ ਜੀ ਉਹ ਚੌਥੀ ਉਦਾਸੀ ਤੋਂ ਬਾਅਦ ਵਿੱਚ ਮਹਾਰਾਜ ਨੇ ਵਸਾਇਆ ਹੈ। ਇਹ ਤਾਂ ਪਹਿਲੀ ਉਦਾਸੀ ਸੀ ਜਦੋਂ ਸਤਿਗੁਰੂ ਮਹਾਰਾਜ ਹਿੰਦੂ ਤੀਰਥਾਂ ਵਾਲੇ ਪਾਸੇ ਗਏ ਨੇ। ਸਤਿਗੁਰੂ ਮਹਾਰਾਜ ਨੇ ਕਿਹਾ ਸੀ ਕਿ ਮੇਰੀ ਜ਼ਮੀਨ ਹੈ ਰਾਏ ਭੋਏ ਦੀ ਤਲਵੰਡੀ, ਬਾਰਿਸ਼ ਠੀਕ ਨਹੀਂ ਹੋਈ ਤੇ ਮੈਂ ਚਾਹੁੰਦਾ ਕਿ ਮੈਂ ਲਹਿੰਦੇ ਨੂੰ ਪਾਣੀ ਤਾਂ ਦੇ ਦੇਵਾਂ ਕਿ ਮੇਰੇ ਖੇਤਾਂ ਤੱਕ ਪਾਣੀ ਪਹੁੰਚੇ, ਮੇਰੀ ਫਸਲ ਹਰੀ ਭਰੀ ਹੋ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹ ਹੱਸ ਕੇ ਆਖਦੇ ਨੇ, ਕਹਿੰਦੇ ਕਿੱਥੇ ਰਾਏ ਭੋਏ ਦੀ ਤਲਵੰਡੀ, ਕਿੱਥੇ ਆ ਜਿਹੜਾ ਤੂੰ ਧਰਤੀ ਹਰਿਦੁਆਰ ਦੀ ਤੇ ਖਲੋਤਾ, ਏਡੀ ਦੂਰ ਪਾਣੀ ਤੇਰਾ ਕਿਵੇਂ ਪਹੁੰਚੇਗਾ।
ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਦੇਖੋ, ਜੇ ਮੇਰਾ ਪਾਣੀ ਏਡੀ ਦੂਰ ਨਹੀਂ ਪਹੁੰਚੇਗਾ ਤੇ ਤੁਹਾਡਾ ਸੂਰਜ, ਤੁਹਾਡੇ ਪਿੱਤਰ ਲੋਕ ਜਿਹੜੇ ਨੇ ਉਹ ਤਾਂ ਸੂਰਜ ਦੇ ਕੋਲ ਨੇ, ਤੇ ਸੂਰਜ ਰਾਏ ਭੋਏ ਦੀ ਤਲਵੰਡੀ ਤੋਂ ਸੈਂਕੜੇ ਗੁਣਾ ਜਿਹੜਾ ਹੈ ਉਹ ਦੂਰੀ ਤੇ ਆ, ਉੱਥੋਂ ਤੱਕ ਤੁਹਾਡਾ ਪਾਣੀ ਕਿਵੇਂ ਪਹੁੰਚੇਗਾ। ਸਤਿਗੁਰੂ ਮਹਾਰਾਜ ਨੇ ਅਸਲ 'ਚ ਪਾਣੀ ਜਿਹੜਾ ਸੀ ਉਹ ਦੇਣ ਦੀ ਭਾਵਨਾ ਨਹੀਂ, ਮਹਾਰਾਜ ਇਹ ਦੱਸਣਾ ਚਾਹੁੰਦੇ ਸੀ ਕਿ ਕੇਵਲ ਕਰਮ ਕਾਂਡ ਦੇ ਵਿੱਚ ਤੁਸੀਂ ਪਏ ਹੋ। ਦੂਸਰਾ ਇਹ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਉਹ ਨੇ ਜਿਹੜੇ ਡਿੱਗਿਆਂ ਨੂੰ ਵੀ ਚੁੱਕਣ ਵਾਲੇ ਨੇ, ਜਿਹੜੇ ਲਹਿੰਦਿਆਂ ਨੂੰ ਵੀ ਪਾਣੀ ਦੇਣ ਵਾਲੇ ਨੇ। ਉਹ ਰਾਤ ਬਤੀਤ ਹੋਈ ਤੇ ਸਵੇਰ ਹੁੰਦੀ ਹੈ, ਤੇ ਸਤਿਗੁਰੂ ਮਹਾਰਾਜ ਸਵੇਰੇ ਮਰਦਾਨੇ ਨੂੰ ਆਖਦੇ ਨੇ, ਮਰਦਾਨਿਆਂ ਆਪਾਂ ਵੀ ਕੁਝ ਭੋਜਨ ਤਿਆਰ ਕਰੀਏ। ਹੁਣ ਤੀਰਥਾਂ ਦੇ ਸਤਿਗੁਰੂ ਮਹਾਰਾਜ ਜੀ ਨੇ ਅੱਜ ਜਿਹੜਾ ਸੀ ਥਾਨੇਸਰ ਦੇ ਸਥਾਨ ਤੇ ਬਖਸ਼ਿਸ਼ ਕੀਤੀ ਕਿ ਇਕੱਲਾ ਤੀਰਥ ਤੇ ਰਹਿਣ ਦੇ ਨਾਲ ਗਤੀ ਪ੍ਰਾਪਤ ਨਹੀਂ ਹੁੰਦੀ, ਮੁਕਤੀ ਪ੍ਰਾਪਤ ਨਹੀਂ ਹੁੰਦੀ। ਬਾਣੀ ਦੇ ਬਚਨ ਅਸੀਂ ਪੜ੍ਹਦੇ ਹਾਂ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਨੇ ਕਿ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਚਿਆ ਜਾਏ। ਹੁਣ ਬੰਦਾ ਮਨ ਦਾ ਕਠੋਰ ਹੋਵੇ, ਸਾਰੀ ਉਮਰ ਲੋਕਾਂ ਦੇ ਦਿਲ ਦੁਖਾਏ ਹੋਵਨ, ਸਾਰੀ ਉਮਰ ਲੋਕਾਂ ਦੇ ਨਾਲ ਠੱਗੀਆਂ ਕੀਤੀਆਂ ਹੋਵਨ, ਚੋਰੀਆਂ ਕੀਤੀਆਂ ਹੋਵਨ, ਤੇ ਸਾਰੀ ਉਮਰ ਤੋਂ ਬਾਅਦ ਵਿੱਚ ਅੰਤਮ ਸਮਾਂ ਕਿਤੇ ਭੁੱਲ ਭੁਲੇਖੇ ਤੀਰਥ ਤੇ ਜਾਂਦਿਆਂ ਹੋਇਆਂ ਉਹਦੇ ਸਵਾਸ ਨਿਕਲ ਜਾਣ, ਤੇ ਵੇਖਣ ਵਾਲੇ ਲੋਕ ਕਹਿਣਗੇ ਕਿ ਜੀ ਇਹ ਤਾਂ ਸਿੱਧਾ ਹੀ ਸਵਰਗਾਂ ਨੂੰ ਚਲੇ ਗਿਆ ਜੀ, ਦੇਖੋ ਤੀਰਥ ਤੇ ਉਹ ਗੁਜ਼ਰਿਆ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਮਨੋ ਕਠੋਰ ਮਰੇ ਬਨਾਰਸ, ਕਿਉਂਕਿ ਬਨਾਰਸ ਦੀ ਧਰਤੀ ਸਾਧ ਸੰਗਤ ਹਿੰਦੂ ਧਰਮ ਦੇ ਵਿੱਚ ਉਹ ਧਰਤੀ ਕਹੀ ਜਾਂਦੀ ਸੀ ਕਿ ਜਿਸ ਦੇ ਉੱਤੇ ਕੋਈ ਵੀ ਆ ਕੇ ਪ੍ਰਾਣ ਤਿਆਗ ਦੇ ਉਹ ਸਿੱਧਾ ਸਵਰਗਾਂ ਨੂੰ ਚਲੇ ਜਾਏਗਾ। ਪਰ ਬਨਾਰਸ ਦੀ ਧਰਤੀ ਦੇ ਨਾਲ ਇੱਕ ਹੜੰਬੇ ਦੀ ਧਰਤੀ ਕਹੀ ਗਈ। ਉੱਥੋਂ ਦੀ ਇਹ ਰਵਾਇਤ ਬਣ ਚੁੱਕੀ ਸੀ, ਜਿਹੜਾ ਹੜੰਬੇ ਦੀ ਧਰਤੀ ਦੇ ਉੱਤੇ ਮੌਤ ਹੋਏਗੀ ਉਹਨੂੰ ਨਰਕਾਂ ਦੇ ਵਿੱਚ ਜਾਣਾ ਪਏਗਾ, ਉਹਨੂੰ ਕਈ ਜੂਨਾਂ ਦੇ ਵਿੱਚ ਪੈਣਾ ਪਏਗਾ। ਉਹ ਖਾਸ ਕਰਕੇ ਕਿਹਾ ਜਾਂਦਾ ਸੀ ਕਿ ਖੋਤੇ ਦੀ ਜੂਨ ਵਿੱਚ ਪਏਗਾ। ਭਗਤ ਕਬੀਰ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਜਿਹੜੀ ਸੀ ਉਹ ਬਨਾਰਸ ਦੀ ਧਰਤੀ ਤੇ ਬਿਤਾਈ, ਤੇ ਆਪ ਬਾਣੀ 'ਚ ਕਹਿੰਦੇ ਨੇ ਮਰਤੀ ਬਾਰ ਮਗਹਰ ਉੱਠ ਆਇਆ। ਮਹਾਰਾਜ ਭਗਤ ਕਬੀਰ ਸਾਹਿਬ ਜੀ ਜਿਹੜੇ ਸਨ, ਅੰਤਲਾ ਸਮਾਂ ਜਿਹੜਾ ਸੀ ਉਹਨਾਂ ਮਗਹਰ ਦੀ ਹੜੰਬੇ ਦੀ ਧਰਤੀ ਤੇ ਆ ਕੇ ਬਤੀਤ ਕੀਤਾ, ਜਿਹਨੂੰ ਸ਼ਰਾਪੀ ਹੋਈ ਧਰਤੀ ਲੋਕ ਆਖਦੇ ਸੀ। ਤੇ ਉਹਨਾਂ ਨੇ ਬੁਲੰਦ ਵਾਂਗ ਇਹ ਕਹਿ ਦਿੱਤਾ ਸੀ ਕਿ ਤੀਰਥਾਂ ਤੇ ਉੱਤੇ ਕੇਵਲ ਮਨ ਦਾ ਕਠੋਰ ਬੰਦਾ ਜੇਕਰ ਸਵਾਸ ਤਿਆਗਣ ਵਾਸਤੇ ਚਲੇ ਜਾਏ ਨਾ, ਤੇ ਬਾਣੀ ਸਤਿਗੁਰੂ ਮਹਾਰਾਜ ਜੀ ਦੀ ਕਹਿੰਦੀ ਪਈ ਕਿ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਚਿਆ ਜਾਏ। ਹਰ ਕਾ ਸੰਤ ਮਰੇ ਹਾੜੰਬੇ ਤਿਨ ਸਗਲੀ ਸੈਨ ਤਰਾਈ। ਹਰੀ ਦਾ ਪਿਆਰਾ ਹੋਵੇ, ਉਹ ਕਿਸੇ ਵੀ ਧਰਤੀ ਤੇ ਪ੍ਰਾਣ ਤਿਆਗੇ ਤੇ ਉਹ ਰੱਬ ਦੇ ਵਿੱਚ ਜਿਉਂਦਿਆਂ ਵੀ ਲੀਨ ਹੈ ਤੇ ਮਰਨ ਤੋਂ ਬਾਅਦ ਵਿੱਚ ਵੀ ਉਹ ਲੀਨ ਹੀ ਹੁੰਦਾ ਹੈ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਬੰਦਾ ਮਰਨ ਵਾਸਤੇ, ਕਈਆਂ ਨੇ ਇੱਦਾਂ ਦੇ ਬਹੁਤ ਕੁਝ ਹੋਇਆ ਜੀ ਬਨਾਰਸ ਦੇ ਵਿੱਚ ਜਾਂ ਹੋਰ ਐਸੀਆਂ ਧਰਤੀਆਂ ਸਨ ਜਿਨ੍ਹਾਂ ਦੇ ਉੱਤੇ ਆਰੇ ਲਾਇਆ ਗਿਆ ਸੀ ਕਿ ਇਸ ਆਰੇ ਦੇ ਨਾਲ ਆ ਕੇ ਕੋਈ ਸਰੀਰ ਕਟਾ ਦੇਵੇ ਤੇ ਉਹਨੂੰ ਜਿਹੜੀ ਸੀ ਉਹ ਰੱਬ ਦਾ ਘਰ ਪ੍ਰਾਪਤ ਹੋਏਗਾ, ਸਵਰਗ ਪ੍ਰਾਪਤ ਹੋਣਗੇ। ਸਿਰ ਕਰਵਤ ਧਰਾਏ, ਸਿਰ ਦੇ ਉੱਤੇ ਕਰਵਤ ਧਰਾ ਦਿੱਤਾ। ਜਾਂ ਕਈਆਂ ਨੇ ਕੀ ਕਰਨਾ, ਉੱਥੇ ਇੱਕ ਬਹੁਤ ਵੱਡਾ ਬੋੜ ਦਾ ਦਰਖਤ ਸੀ ਤੇ ਪੰਡਤ ਕੀ ਕਰਦੇ ਸੀ, ਪਾਂਡੇ ਉੱਥੋਂ ਦੇ ਕਹਿੰਦੇ ਸੀ ਕਿ ਅਸੀਂ ਮੰਤਰ ਪੜਾਂਗੇ, ਇਸ ਬੋੜ ਦੇ ਉੱਪਰ ਜਾ ਕੇ ਤੂੰ ਛਾਲ ਮਾਰੀ, ਜਦੋਂ ਧਰਤੀ ਤੇ ਡਿੱਗੇਗਾ ਤੇ ਤੇਰੀ ਆਤਮਾ ਸਿੱਧਾ ਜਿਹੜੀ ਹੈ ਉਹ ਸਵਰਗਾਂ 'ਚ ਚਲੇ ਜਾਏਗੀ। ਕਈਆਂ ਨੇ ਉਸ ਦਰਖਤ ਤੋਂ ਛਾਲ ਮਾਰਨੀ ਤੇ ਕਈਆਂ ਦੇ ਤੇ ਪ੍ਰਾਣ ਨਿਕਲਣੇ, ਤੇ ਪੰਡਤ ਨੇ ਕਹਿਣਾ, ਦਾਅਵਾ ਕਰਨਾ ਕਿ ਦੇਖੋ ਜੀ ਮੈਨੂੰ ਸਿੱਧਾ ਸਵਰਗਾਂ ਦੀ ਟਿਕਟ ਦੇ ਦਿੱਤੀ, ਮੈਂ ਭੇਜ ਦਿੱਤਾ ਸਵਰਗਾਂ 'ਚ, ਮੈਂ ਮੰਤਰ ਪੜ੍ਹੇ ਤੇ ਸਵਰਗਾਂ 'ਚ ਗਿਆ। ਪਰ ਕਈਆਂ ਦੀ ਚਲੋ ਰੱਬ ਵੱਲੋਂ ਸਵਾਸ ਬਚੇ ਹੋਣੇ ਤੇ ਉਹਨਾਂ ਥੱਲੇ ਡਿੱਗਣਾ, ਹੱਥ ਪੈਰ ਤੇ ਟੁੱਟਣੇ ਪਰ ਸਵਾਸ ਨਾ ਨਿਕਲਣੇ। ਫਿਰ ਉਹ ਜਿੰਨਾ ਬਾਕੀ ਜੀਵਨ ਬਤੀਤ ਹੋਣਾ ਉਹ ਉਹਨਾਂ ਨੇ ਲੂਲੇ ਤੇ ਲੰਗੜਿਆਂ ਦੇ ਵਾਂਗੂ, ਅਪਾਹਜਾਂ ਦੇ ਵਾਂਗੂ ਉਹਨਾਂ ਨੇ ਜੀਵਨ ਬਤੀਤ ਕਰਨਾ। ਸਤਿਗੁਰੂ ਮਹਾਰਾਜ ਜੀ ਨੇ ਵਰਜਿਆ ਹੈ ਇਹਨਾਂ ਕਰਮ ਕਾਂਡਾਂ ਦੇ ਤੋਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਤਾਂ ਇੱਕ ਤੀਰਥਾਂ ਤੇ ਜਾਣ ਵਾਸਤੇ ਗੁਰੂ ਤਾਂ ਕੇਵਲ ਇੱਕ ਬਹਾਨਾ ਬਣਾਇਆ ਕਿ ਜਿਹੜੇ ਕਰਮ ਕਾਂਡਾਂ 'ਚ ਤੀਰਥਾਂ ਤੇ ਫਸੇ ਪਏ ਨੇ, ਗੁਰੂ ਉਹਨਾਂ ਨੂੰ ਕਰਮ ਕਾਂਡਾਂ ਦੇ ਵਿੱਚੋਂ ਕੱਢ ਸਕੇ। ਮਹਾਰਾਜ ਜੀ ਨੇ ਅਸਲ ਤੀਰਥ ਜਿਹੜਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਤੀਰਥ ਨਾਮ ਹੈ, ਨਾਮ ਰੂਪੀ ਤੀਰਥ 'ਚ ਇਸ਼ਨਾਨ ਕਰ, ਅੰਤਰਗਤ ਤੀਰਥ ਮਲ ਨਾਓ,
ਸਤਿਗੁਰੂ ਮਹਾਰਾਜ ਕਹਿੰਦੇ ਨੇ ਇੱਕ ਤੀਰਥ ਤੇ ਬਾਹਰ ਲੋਕੀ ਦੇਖਦੇ ਨਾ ਕਿ ਬਾਹਰ ਤੀਰਥਾਂ ਤੇ ਜਾਓ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇੱਕ ਤੀਰਥ ਮੈਂ ਤੈਨੂੰ ਦੇ ਦਿੱਤਾ, ਤੂੰ ਅੰਦਰ ਉਹਨੂੰ ਭਾਵੇਂ ਰੋਜ਼ ਹਰ ਵੇਲੇ ਉਸ ਤੀਰਥ ਤੇ ਇਸ਼ਨਾਨ ਕਰੀ ਜਾ। ਅੰਤਰਗਤ ਤੀਰਥ ਮਲ ਨਹਾਓ। ਮਹਾਰਾਜ ਕਹਿੰਦੇ ਨੇ ਮਲ ਮਲ ਕੇ ਇਸ਼ਨਾਨ ਭਾਵੇਂ ਕਰ। ਸੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਹ ਉੱਥੇ ਵਿਚਾਰ ਦਿੱਤੀ ਕਿ ਥਾਨੇਸਰ ਦੇ ਥਾਂ ਤੇ ਮਹਾਰਾਜ ਜਾਂਦੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਮਹਾਰਾਜ ਨੇ ਆਖਿਆ ਕਿ ਸਿਰਫ ਤਨ ਸੁੱਚਾ ਕਰਨ ਦੇ ਨਾਲ ਮਨ ਸੁੱਚਾ ਨਹੀਂ ਹੋਵੇਗਾ। ਮਨ ਉਦੋਂ ਸੁੱਚਾ ਹੋਵੇਗਾ ਜਦੋਂ ਨਾਮ ਨੂੰ ਜਪੇਗਾ, ਜਦੋਂ ਜੀਵਨ ਜਿਹੜਾ ਹੈ ਉਹ ਗੁਰੂ ਦੇ ਆਸ਼ੇ ਅਨੁਸਾਰ ਬਤੀਤ ਕਰੇਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਇੱਥੋਂ ਹੋਰ ਸਮਾਂ ਸਤਿਗੁਰੂ ਮਹਾਰਾਜ ਰੁਕਣਾ ਚਾਹੁੰਦੇ ਸੀ ਤੇ ਮਹਾਰਾਜ ਇੱਥੇ ਸਿਨਿਆ ਫਿਰ ਪਹੁੰਚਦਾ ਹੈ। ਔਰੰਗਜ਼ੇਬ ਦਾ ਰੋਹੇਲਾ ਸਰਦਾਰ ਹੈ ਆਲਮ ਖਾਨ, ਉਹਨੇ ਫਿਰ ਆ ਕੇ ਮਹਾਰਾਜ ਜੀ ਨੂੰ ਕਹਿ ਦਿੱਤਾ ਕਿ ਤੁਹਾਨੂੰ ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦਾ ਬੁਲਾਉਂਦਾ ਹੈ ਤੇ ਆਪ ਛੇਤੀ ਪੁੱਜਣ ਦਾ ਯਤਨ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਤੋਂ ਥਾਨੇਸਰ ਤੋਂ ਅੱਗੇ ਬਨੀ ਬਦਰਪੁਰ ਜਾਂਦੇ ਨੇ। ਬਦਰ ਜਿਹੜਾ ਹੈ ਇਹਦੇ ਅਰਥ ਹੁੰਦੇ ਨੇ ਥੈਲੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਬਨੀ ਬਦਰਪੁਰ ਗਏ, ਇਸ ਅਸਥਾਨ ਤੇ ਸੰਗਤ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਗੁਰੂ ਕੇ ਚਰਨ ਆ ਕੇ ਪਕੜੇ, ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਸਾਡੇ ਕੋਲ ਨਾ ਤੇ ਧਨ ਹੈ, ਕਿਉਂਕਿ ਧਨ ਤੇ ਤਾਂ ਹੋਵੇਗਾ ਜੇਕਰ ਸਾਡੇ ਕੋਲ ਕੋਈ ਕੰਮਕਾਰ ਹੋਵੇਗਾ, ਸਾਡਾ ਕੋਈ ਬਿਜ਼ਨਸ ਕੋਈ ਚੱਲੇਗਾ, ਕਾਰੋਬਾਰ ਵਪਾਰ ਖੇਤੀ। ਸਤਿਗੁਰੂ ਮਹਾਰਾਜ ਇੱਥੇ ਖੇਤੀ ਦੀ ਵੀ ਕਮੀ ਹੈ, ਇੱਥੇ ਪਾਣੀ ਦੀ ਵੀ ਕਮੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਆਪਣੇ ਕੋਲੋਂ ਇੱਕ ਧਨ ਦੀ ਥੈਲੀ ਦਿੱਤੀ ਤੇ ਬਦਰ ਦਾ ਅਰਥ ਹੈ ਥੈਲੀ। ਉਹ ਧਨ ਦੀ ਥੈਲੀ ਮਹਾਰਾਜ ਜੀ ਨੇ ਦੇ ਕੇ ਕਿਹਾ ਸੀ, ਕਹਿਣ ਲੱਗੇ ਕਿ ਇਸ ਧਨ ਨੂੰ ਨਿੱਜੀ ਲੋੜਾਂ ਵਾਸਤੇ ਨਹੀਂ ਵਰਤਣਾ, ਇਹਨੂੰ ਸਾਂਝੇ ਕਾਰਜ ਵਾਸਤੇ ਵਰਤਣਾ ਹੈ। ਮਹਾਰਾਜ ਜੀ ਦੇ ਹੁਕਮ ਦੇ ਨਾਲ ਫਿਰ ਉਸ ਇਲਾਕੇ ਦੇ ਵਿੱਚ ਬਨੀ ਬਦਰਪੁਰ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਕਿਹਾ ਸੀ ਇਸ ਪੈਸੇ ਦੇ ਨਾਲ ਖੂਹ ਲਗਵਾਓ, ਬੌਲੀਆਂ ਬਣਾਓ, ਤਾਂ ਕਿ ਤੁਹਾਡੀ ਪਾਣੀ ਦੀ ਮੁਸ਼ਕਲ ਹੱਲ ਹੋ ਸਕੇ, ਤੁਹਾਡਾ ਜੀਵਨ ਸੁਖਾਲਾ ਹੋ ਸਕੇ, ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਆ ਸਕਣ, ਤੁਸੀਂ ਪਰਿਵਾਰ ਨੂੰ ਚੰਗੇ ਤਰੀਕੇ ਨਾਲ ਪਾਲ ਸਕੋ, ਨਾ ਕਿ ਇਹ ਮਜਬੂਰੀਆਂ ਤੋਂ ਜ਼ਿੰਮੇਵਾਰੀਆਂ ਤੋਂ ਭੱਜਦਿਆਂ ਹੋਇਆਂ ਤੁਸੀਂ ਇਹਨੂੰ ਪਰਿਵਾਰ ਨੂੰ ਛੱਡ ਕੇ ਕਿਸੇ ਦੂਰ ਪਾਸੇ ਚਲੇ ਜਾਓ। ਸਤਿਗੁਰੂ ਮਹਾਰਾਜ ਨੇ ਫਿਰ ਬਨੀ ਬਦਰਪੁਰ ਇਹਦਾ ਨਾਂ ਇਸ ਨਗਰ ਦਾ ਪਿਆ, ਕਿਉਂਕਿ ਮਹਾਰਾਜ ਨੇ ਇੱਥੇ ਆਪ ਕੋਲੋਂ ਥੈਲੀ ਧਨ ਦੀ ਦੇ ਕੇ ਬਦਰ ਦੇ ਕਰਕੇ ਸਤਿਗੁਰੂ ਮਹਾਰਾਜ ਨੇ ਭਲਾ ਕਰਨਾ ਕੀਤਾ। ਇੱਥੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਰਨਾਲ ਜਾਂਦੇ ਨੇ। ਕਰਨਾਲ ਤੋਂ ਮਹਾਰਾਜ ਪਾਣੀਪਤ ਤੇ ਪਾਣੀਪਤ ਤੋਂ ਸਤਿਗੁਰੂ ਮਹਾਰਾਜ ਜੀ ਫਿਰ ਸੋਨੀਪਤ ਤੋਂ ਹੁੰਦਿਆਂ ਹੋਇਆਂ ਸਤਿਗੁਰੂ ਮਹਾਰਾਜ ਦਿੱਲੀ ਵਿੱਚ ਪਹੁੰਚਦੇ ਨੇ। ਦਿੱਲੀ ਦੇ ਬਾਹਰ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਸੀ ਆਪਣਾ ਕਾਫਲੇ ਨੂੰ ਰੋਕਿਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਉਸ ਵੇਲੇ 30,000 ਸਿੱਖਾਂ ਦਾ ਇਕੱਠ ਸੀ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ, ਕਿਉਂਕਿ ਪਰਿਵਾਰ ਵੀ ਉਸ ਵੇਲੇ ਨਾਲ ਸੀ, ਮਾਤਾ ਗੁਜਰੀ ਜੀ ਨਾਲ ਨੇ, ਮਾਤਾ ਨਾਨਕੀ ਜੀ ਨਾਲ ਨੇ, ਸਾਰਾ ਪਰਿਵਾਰ ਸਿੱਖ ਬਹੁਤ ਵੱਡੀ ਗਿਣਤੀ ਦੇ ਵਿੱਚ ਨਾਲ ਨੇ। ਤੇ ਸਤਿਗੁਰੂ ਮਹਾਰਾਜ ਜੀ ਨੂੰ ਅੱਗੋਂ ਜੀ ਆਇਆਂ ਕਹਿਣ ਵਾਸਤੇ ਮਿਰਜ਼ਾ ਜੈ ਸਿੰਘ ਦਾ ਪੁੱਤਰ ਰਾਜਾ ਰਾਮ ਸਿੰਘ ਜਿਹੜਾ ਸੀ, ਮਿਰਜ਼ਾ ਜੈ ਸਿੰਘ ਜਿੰਦੇ ਕੋਲ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਗਏ, ਜਿੰਦੇ ਬੰਗਲੇ ਦੇ ਵਿੱਚ ਅੱਜ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ, ਇਹ ਮਿਰਜ਼ਾ ਜੈ ਸਿੰਘ ਦਾ ਬੰਗਲਾ ਤੇ ਉੱਥੇ ਮਹਾਰਾਜ ਨੇ ਉਤਾਰਾ ਕੀਤਾ ਸੀ। ਹੁਣ ਸਤਿਗੁਰੂ ਮਹਾਰਾਜ ਨੂੰ ਲੈਣ ਵਾਸਤੇ ਮਿਰਜ਼ਾ ਜੈ ਸਿੰਘ ਦਾ ਪੁੱਤਰ ਰਾਜਾ ਰਾਮ ਸਿੰਘ ਲੈਣ ਵਾਸਤੇ ਆਇਆ। ਇਸ ਤੋਂ ਅੱਗੇ ਫਿਰ ਕਿਵੇਂ ਔਰੰਗਜ਼ੇਬ ਦੇ ਨਾਲ ਮੁਲਾਕਾਤ ਵੀ ਇੱਥੇ ਹੋਈ। ਸਤਿਗੁਰੂ ਮਹਾਰਾਜ ਕਰੀਬਨ 1 ਮਹੀਨੇ ਤੋਂ ਉੱਪਰ ਜਿਹੜਾ ਸੀ ਇੱਥੇ ਦਿੱਲੀ ਦੇ ਵਿੱਚ ਟਿਕੇ ਵੀ। ਸਤਿਗੁਰੂ ਮਹਾਰਾਜ ਨੇ ਔਰੰਗਜ਼ੇਬ ਨਾਲ ਮੁਲਾਕਾਤ ਵੀ ਕੀਤੀ। ਹੋਰ ਸੈਂਕੜੇ ਅਣਗਿਣਤ ਸ਼ਰਧਾਲੂ ਸਿੱਖ ਆਏ ਜਿਨ੍ਹਾਂ ਨੇ ਆ ਕੇ ਸਤਿਗੁਰੂ ਮਹਾਰਾਜ ਜੀ ਤੋਂ ਜੀ ਦਾਨ ਲਿਆ। ਗੁਰੂ ਕਿਰਪਾ ਕਰੇ ਜੀ। ਵਿਚਾਰਾਂ ਅੱਗੇ ਆਪਾਂ ਹੋਰ ਵਿਚਾਰਾਂਗੇ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਜੀ। ਅਰਦਾਸ ਜਿਵੇਂ ਨਿਤ ਅਸੀਂ ਕਰਦੇ ਹਾਂ ਕਿ ਗੁਰੂ ਕਿਰਪਾ ਕਰੇ, ਅਰਦਾਸ ਸਾਰੇ ਹੀ ਕਰਿਆ ਕਰੋ ਕਿ ਸਤਿਗੁਰੂ ਆਪ ਕਿਰਪਾ ਕਰੋ, ਤੁਹਾਡੀ ਬਖਸ਼ਿਸ਼ ਹੋਵੇ ਤਾਂ ਜੀਵਨ ਸੁਖਾਲਾ ਹੋ ਸਕਦਾ ਹੈ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਭਰੇ, ਤਿੱਤੇ ਲਿਹੋ ਉਭਾਰ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ ਆਵੇ ਤਾਏ ਤੇਗ ਬਹਾਦਰ ਸਿਮਰਿਐ ਕਰ ਨਾਉ ਨਿਤ